ਸਿੱਖ ਸਾਈਕੀ ਦੇ ਵਿੱਚ ਨਾ ਭਗੌੜੇ ਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾਂਦਾ। ਸਾਨੂੰ ਸਿਰ ਦੇਣ ਦੀ ਲੋੜ ਹੈ ਜਾਂ ਸਿਰ ਵਰਤਣ ਦੀ ਲੋੜ ਹੈ? ਸਮਾਂ ਇਸ ਵੇਲੇ ਮੰਗ ਕਰਦਾ, ਪਹਿਲੀ ਗੱਲ ਸਿਰ ਜੋੜਨ ਦੀ ਲੋੜ। ਮੈਂ ਸਮਝਦਾ ਕਿ ਕਲਮ ਦੀ ਤਾਕਤ ਹੈ, ਸਾਡੀ ਕੌਮ ਨੂੰ ਸਮਝਣੀ ਪਏਗੀ। ਜੇ ਨਹੀਂ ਅਡਾਪਟ ਕਰਾਂਗੇ ਅਸੀਂ ਇਦਾਂ ਹੀ ਧੱਕੇ ਖਾਂਦੇ ਰਵਾਂਗੇ। ਫਿਰ ਮੋਦੀ ਸਾਹਿਬ ਜਿਹੜੇ ਕਦੀ ਕਿਸੇ ਅੱਗੇ ਝੁਕੇ ਨਹੀਂ, ਉਹਨਾਂ ਨੂੰ ਕਾਨੂੰਨ ਵਾਪਸ ਲੈਣੇ ਪੈ ਗਏ। ਮੈਂ ਸਮਝਦਾ ਵਾਂ ਕਿ ਸਾਨੂੰ ਸਿਰ ਜੋੜ ਕੇ ਔਰ ਅਕਲ ਦੇ ਨਾਲ ਟੇਬਲ ਦੇ ਉੱਤੇ ਤੁਸੀਂ ਅੱਜ ਖਾਲਿਸਤਾਨੀ ਦੀ ਗੱਲ ਕਰ ਰਹੇ ਹੋ ਨਾ, ਉਸ ਵਕਤ ਸਾਨੂੰ ਖਾਲਿਸਤਾਨੀ ਨਹੀਂ ਕਿਹਾ ਗਿਆ, ਉਸ ਵੇਲੇ ਸਾਨੂੰ ਐਕਸਟ੍ਰੀਮਿਸਟ ਕਿਹਾ ਗਿਆ। ਮੈਨੂੰ ਆ ਕੇ ਗੋਰੀ ਕਹਿੰਦੀ ਹੈ, ਯੂ ਆਰ ਸਿੰਘ ਫਰਮ ਇੰਡੀਆ, ਯੂ ਆਰ ਏ ਟੈਰਰਿਸਟ, ਯੂ ਕਿਲਡ ਇੰਦਰਾ ਗਾਂਧੀ। ਅੰਮ੍ਰਿਤਪਾਲ ਦਾ ਲਿੰਕ ਵੀ ਆਇਆ ਸਹੀ ਨਾਲ ਦੱਸਿਆ ਜਾ ਰਿਹਾ। ਮੈਂ ਸਮਝਦਾ ਕਿ ਅਗਰ ਐਸੀ ਗੱਲ ਹੈ ਤੇ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ। ਹਲੇ ਭਾਈ ਅੰਮ੍ਰਿਤਪਾਲ ਸਿੰਘ ਨਵੇਂ ਆਏ ਆ, ਸਾਨੂੰ ਪਤਾ ਹੀ ਨਹੀਂ ਉਹ ਕਿੱਥੋਂ ਆਏ ਆ। ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਨਾਲ ਮਿਲਾਣਾ ਗਲਤ ਹੋਏਗਾ। ਮੈਂ ਬਿਲਕੁਲ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦਾ। ਔਰ ਉਸ ਤੋਂ ਬਾਅਦ ਸੰਤਾਂ ਨਾਲ ਮੇਰਾ ਬੜਾ ਪਿਆਰ ਰਿਹਾ। ਮੈਂ ਦਿੱਲੀ ਉਹਨਾਂ ਨੂੰ 15 ਦਿਨ ਲੈ ਕੇ ਆਇਆ ਸੀਗਾ। ਜਿਸ ਦਿਨ ਗੋਲਡਨ ਟੈਂਪਲ ਐਕਸ਼ਨ ਖਤਮ ਹੁੰਦਾ 6 ਜੂਨ 1984 ਨੂੰ ਇੰਡੀਅਨ ਐਕਸਪ੍ਰੈਸ ਤੇ ਫਰੰਟ ਪੇਜ ਤੇ ਮੇਰੀ ਤੇ ਸੰਤਾਂ ਦੀ ਫੋਟੋ ਆਈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਮੈਂ ਨਵਜੋਤ ਸਿੰਘ ਧਾਲੀਵਾਲ। ਪਿਛਲੇ ਦਿਨੀ ਜਿਹੜੀ ਦਬਿਸ਼ ਪੰਜਾਬ ਦੇ ਵਿੱਚ ਦਿੱਤੀ ਗਈ, ਪੁਲਿਸ ਦੀਆਂ ਟੁਕੜੀਆਂ, ਪੈਰਾਮਿਲਟਰੀ ਫੋਰਸਿਸ ਦੀਆਂ ਟੁਕੜੀਆਂ ਲਗਾਤਾਰ ਅੰਮ੍ਰਿਤਪਾਲ ਦੀ ਭਾਲ ਦੇ ਵਿੱਚ ਲੱਗੀਆਂ। ਕੁਝ ਸਾਥੀ ਡਿਟੇਨ ਕੀਤੇ। 78 ਦੀ ਸੂਚੀ ਪੰਜਾਬ ਪੁਲਿਸ ਦੇ ਵੱਲੋਂ ਦਿੱਤੀ ਗਈ ਔਰ ਉਸ ਤੋਂ ਬਾਅਦ ਕੁਝ ਸਾਥੀ ਅਸਾਮ ਲੈ ਗਏ। ਅਸਾਮ ਲੈ ਕੇ ਜਾਣ ਦਾ ਕੀ ਕਾਰਨ ਹੈ? ਉੱਥੇ ਹੀ ਕਿਉਂ ਲੈ ਕੇ ਗਏ? ਅੰਮ੍ਰਿਤਪਾਲ ਹਿਰਾਸਤ 'ਚ ਹੈ, ਬਾਹਰ ਹੈ, ਗੱਡੀ ਫੜੀ ਗਈ, ਨਹੀਂ ਫੜੀ ਗਈ, ਇਹ ਗੱਲਾਂ ਜੁਦਾ ਨੇ। ਪੁਲਿਸ ਨੇ ਜਦੋਂ ਜੋ ਕਾਰਵਾਈ ਕਰਨੀ ਹੈ ਉਹ ਕਰ ਹੀ ਲੈਣੀ ਹੁੰਦੀ ਹੈ। ਲੇਕਿਨ ਇਸ ਸਭ ਸੀਨ ਤੋਂ ਬਾਅਦ, ਇਸ ਸਾਰੇ ਸਿਨੈਰੀਓ ਤੋਂ ਬਾਅਦ ਗਲੋਬਲੀ ਸਿੱਖ ਕਮਿਊਨਿਟੀ ਦੇ ਉੱਤੇ ਕੀ ਪ੍ਰਭਾਵ ਪਵੇਗਾ? ਕਿਉਂਕਿ 84 ਤੋਂ ਬਾਅਦ ਔਰ ਉਸ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ, ਉਸ ਤੋਂ ਬਾਅਦ ਇੱਕ ਚੱਲੀ ਮਿਲੀਟੈਂਸੀ ਦੇ ਦੌਰ ਤੋਂ ਬਾਅਦ ਸ਼ੱਕ ਦੀ ਨਜ਼ਰ ਨਾਲ ਸਾਨੂੰ ਵੇਖਿਆ ਗਿਆ। ਜਿੱਥੇ ਵੀ ਕਿਤੇ ਗਏ ਸਵਾਲ ਕੀਤੇ ਗਏ। ਇੱਕ ਸਲੋਗਨ ਦਿੱਤਾ ਗਿਆ, ਖਾਲਿਸਤਾਨੀ ਸਲੋਗਨ ਦਿੱਤਾ ਗਿਆ। ਹਾਲਾਂਕਿ ਇਹਦੇ ਪਿੱਛੇ ਬਹੁਤ ਵੱਡੀ ਇੱਕ ਵਿਚਾਰ ਚਰਚਾ ਹੋ ਸਕਦੀ ਹੈ। ਖਾਲਿਸਤਾਨੀ ਹੋਣ ਦਾ ਕੀ ਮਤਲਬ ਹੈ? ਖਾਲਿਸਤਾਨ ਦਾ ਕੀ ਮਤਲਬ ਹੈ? ਖਾਲਸ ਹੋਣ ਦਾ ਕੀ ਮਤਲਬ ਹੈ? ਪਰ ਅੱਜ ਗੱਲ ਇਹ ਆ, ਇਹ ਲੰਮੇ ਸਮੇਂ ਤੋਂ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ, ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਜਿਹੜੀ ਹੈ ਦਬਿਸ਼ ਦਿੱਤੀ ਜਾਣੀ ਔਰ ਉਸ ਤੋਂ ਬਾਅਦ ਕੁਝ ਸਾਥੀਆਂ ਨੂੰ ਫੜਨਾ, ਇਹਦਾ ਅਸਰ ਕੀ ਜਾਊਗਾ? ਪੰਜਾਬ ਦੇ ਉੱਤੇ ਕੀ ਅਸਰ ਪਏਗਾ? ਇੱਕ ਪਾਸੇ ਅਸੀਂ ਇਨਵੈਸਟ ਦੀ ਗੱਲ ਕਰਦੇ ਹਾਂ, ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਨੂੰ ਉੱਪਰ ਕਿਵੇਂ ਚੁੱਕੀਏ। ਜਦੋਂ ਇੱਥੋਂ ਇੰਡਸਟਰੀ ਜਿਹੜੀ ਆ ਪ੍ਰਵਾਸ ਕਰ ਰਹੀ ਹੈ, ਬਾਹਰ ਜਾ ਰਹੀ ਹੈ, ਲਗਾਤਾਰ ਮੂਵ ਹੋ ਰਹੀ ਆ, ਤਾਂ ਦੂਜੇ ਪਾਸੇ ਸਰਕਾਰਾਂ ਦੇ ਵੱਲੋਂ ਇਨਵੈਸਟ ਸਮਿਟ ਲਿਆਉਣ ਦੀ ਗੱਲ ਕੀਤੀ ਜਾਂਦੀ ਹੈ। ਨੌਜਵਾਨ ਬਾਹਰੋਂ ਮੁਲਕ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜਦੋਂ ਇੱਥੇ ਅਜਿਹਾ ਕੁਝ ਵਾਪਰੇ ਤੇ ਕੌਣ ਆਵੇ? ਸੋ ਅਜਿਹੇ ਕਈ ਸਵਾਲ ਨੇ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਇਸ ਵੇਲੇ ਸਾਡੇ ਨਾਲ ਜੁੜ ਰਹੇ। ਜੀ ਕੇ ਸਾਹਿਬ, ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੇ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡੀ ਪਹਿਲੀ ਪ੍ਰਤੀਕਿਰਿਆ ਇਸ ਪੂਰੇ ਮਾਮਲੇ ਦੇ ਉੱਤੇ ਕੀ ਹੈ, ਉਹ ਜਾਣਨੀ ਚਾਹੁੰਦੇ ਹਾਂ। ਮੈਂ ਇਹ ਸਮਝਦਾ ਵਾਂ ਕਿ ਜੋ ਉਸ ਦਿਨ ਹੋਇਆ ਪਰਸੋਂ ਰੋਜ਼, ਜਿਸ ਤਰੀਕੇ ਨਾਲ ਵਜ਼ੀਰ ਨਿਕਲੀ ਔਰ ਉਸਦੇ ਉੱਤੇ ਪੁਲਿਸ ਨੇ ਐਕਸ਼ਨ ਕੀਤਾ, ਮੈਂ ਸਮਝਦਾ ਇਹ ਅਨਕਾਲਡ ਫॉर ਸੀਗਾ। ਇਹ ਐਕਸ਼ਨ ਇਹਨਾਂ ਕੋਲ, ਅਗਰ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੋਈ ਕੇਸ ਹੈਗੇ ਆ, ਕੋਈ ਉਹਦੀ ਇਨਵੈਸਟੀਗੇਸ਼ਨ ਦੀ ਲੋੜ ਹੈ, ਤੇ ਇੰਨੇ ਦਿਨਾਂ ਤੋਂ ਆਪਣੇ ਘਰ ਬੈਠਾ ਸੀ ਜਾਂ ਕਿਤੇ ਮਿੱਤਰ ਦੇ ਬੈਠਾ ਸੀ, ਉਹਨੂੰ ਫੜ ਲੈਣਾ ਚਾਹੀਦਾ ਸੀਗਾ। ਤੁਸੀਂ ਜਦੋਂ ਹਜ਼ਾਰਾਂ ਬੰਦੇ ਲੈ ਕੇ ਸੜਕ ਤੇ ਨਿਕਲਦਾ, ਤੁਸੀਂ ਸਾਰੇ ਪੰਜਾਬ ਦੇ ਵਿੱਚ ਇੱਕ ਐਸਾ ਮਾਹੌਲ ਕ੍ਰੀਏਟ ਕਰ ਦਿੰਦੇ ਹੋ। ਜਿਹੜੀ ਗੱਲ ਤੋਂ ਤੁਸੀਂ ਸ਼ੁਰੂ ਕੀਤੀ ਨਾ ਸਾਰੀ ਗੱਲ, ਕਿ ਇਨਵੈਸਟਮੈਂਟ ਕਿੱਥੋਂ ਆਊਗੀ, ਇੰਡਸਟਰੀ ਕਿੱਥੋਂ ਆਊਗੀ, ਬੱਚੇ ਬਾਹਰੋਂ ਕਿਉਂ ਆਉਣਗੇ? ਕਿਉਂਕਿ ਮੈਂ ਸਕੂਲ 'ਚ ਇਕਨੋਮਿਕਸ ਪੜ੍ਹੀ ਹੈ, ਕਾਲਜ 'ਚ ਇਕਨੋਮਿਕਸ ਪੜ੍ਹੀ ਹੈ, ਤੇ ਉਹਦੇ 'ਚ ਅਖੀਰ 'ਚ ਹਰੇਕ ਲਾਅ ਜਿਹੜਾ ਇਕਨੋਮਿਕਸ ਦਾ ਹੁੰਦਾ ਸੀਗਾ, ਜਾਂ ਲਾਅ ਆਫ ਡਿਮਾਂਡ ਕਹਿ ਲਓ, ਉਹਦੇ ਬਾਅਦ ਇੱਕ ਅੰਡਰਲਾਈਨ ਉਹ ਦਿੰਦੇ ਹੁੰਦੇ ਸੀਗੇ, ਉਹਦੇ ਉਹ ਦਿੰਦੇ ਹੁੰਦੇ ਸੀ ਨੋਟ, ਅਦਰ ਥਿੰਗਸ ਬੀਇੰਗ ਇਕੁਅਲ। ਅਦਰ ਥਿੰਗਸ ਬੀਇੰਗ ਇਕੁਅਲ ਦਾ ਮਤਲਬ ਇਹ ਸੀਗਾ ਕਿ ਬੰਦਾ ਪਾਗਲ ਨਾ ਹੋਵੇ, ਬੰਦਾ ਇਨਸੇਨ ਨਾ ਹੋਵੇ, ਪੋਲੀਟੀਕਲ ਮਾਹੌਲ ਠੀਕ ਹੋਵੇ ਤੇ ਇਕਨੋਮਿਕਸ ਵੱਧਦੀ ਹੈ। ਪੰਜਾਬ ਕਿੰਨੇ ਦਹਾਕਿਆਂ ਤੋਂ ਕਰਜ਼ਿਆਂ 'ਚ ਜਾ ਰਿਹਾ ਹੈ। ਜਿਹੜੀ ਸੈਂਟਰ ਦੀ ਸਰਕਾਰ ਆਈ, ਉਸਨੇ ਸਾਡੀਆਂ ਨੌਜਵਾਨੀ ਖਤਮ ਕੀਤੀ, ਮੁਕਾਬਲੇ ਕੀਤੇ, ਗੋਲੀਆਂ ਮਾਰੀਆਂ, ਔਰ ਖਰਚਾ ਵੀ ਸਾਡੇ ਸਿਰ ਪਾਇਆ, ਸੂਦ ਸਮੇਤ ਖਰਚਾ ਪਾਇਆ। ਪੰਜਾਬ ਉਸ ਤੋਂ ਬਾਹਰ ਨਿਕਲ ਨਹੀਂ ਸਕਿਆ। ਮੈਂ ਸਮਝਦਾ
ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਤੁਹਾਡੇ ਕੋਲ ਅਜਨਾਲੇ ਵਾਲਾ ਮਸਲਾ ਸੀਗਾ, ਤੁਹਾਨੂੰ ਉਸ ਤੇ ਇਨਵੈਸਟੀਗੇਸ਼ਨ ਜ਼ਰੂਰ ਕਰਨੀ ਚਾਹੀਦੀ ਸੀ, ਬਣਦੀ ਕਾਰਵਾਈ ਵੀ ਕਰਨੀ ਚਾਹੀਦੀ ਸੀ, ਪਰ ਟਾਈਮਿੰਗ ਦੀ ਗੱਲ ਕਰ ਰਿਹਾ ਮੈਂ। ਇਸ ਕਰਕੇ ਟਾਈਮਿੰਗ ਦੀ ਗੱਲ ਕਰ ਰਿਹਾ ਕਿ ਜੇ ਇੰਦਰਾ ਗਾਂਧੀ ਨੇ ਜਦੋਂ ਆਪਰੇਸ਼ਨ ਬਲੂ ਸਟਾਰ ਕੀਤਾ, ਉਸ ਵੇਲੇ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀਗਾ, ਔਰ ਪੰਜਵੇਂ ਪਾਤਸ਼ਾਹ ਦਾ ਸਥਾਨ ਹੋਵੇ ਦਰਬਾਰ ਸਾਹਿਬ, ਐਡੀ ਸੰਗਤ ਅੰਦਰ ਸੀ ਉਸ ਵੇਲੇ, ਮਿਲਟਰੀ ਚਾੜ ਦੇ ਲਈ ਕਿੰਨੀ ਵੱਡੀ ਕੈਜੂਅਲਟੀ ਹੋਈ। ਮੈਂ ਸਮਝਦਾ ਵਾਂ ਕਿ ਇਹ ਟਾਈਮਿੰਗ ਦੇ ਉੱਤੇ ਮੈਂ ਜ਼ਰੂਰ ਸ਼ਿਕਾਇਤ ਕਰਾਂਗਾ। ਕਾਨੂੰਨ ਦੇ ਵਿੱਚ ਇਹਨਾਂ ਕੋਲ ਅਗਰ ਕੋਈ ਉਹਨਾਂ ਦੇ ਖਿਲਾਫ ਕੋਈ ਗੱਲ ਹੈਗੀ, ਉਸ ਦੀ ਕਾਰਵਾਈ ਪਰ ਜੇਕਰ ਪੁਲਿਸ ਦਾ ਪੱਖ ਜਾਣਦੇ ਆ, ਪੁਲਿਸ ਦੀ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਅਸੀਂ ਨਹੀਂ ਚਾਹੁੰਦੇ ਮੁੜ ਤੋਂ ਕੋਈ ਬਰਗਾੜੀ ਵਰਗੀ ਗੱਲ ਹੋਵੇ, ਮਾਫੀ ਚਾਹੁੰਦਾ, ਬਹਿਬਲ ਕਲਾਂ ਤੇ ਕੋਟਕਪੂਰਾ ਖਾਸ ਕਰਕੇ ਉਹ ਗੱਲ ਕਹਿੰਦੇ ਆ, ਕਿਉਂਕਿ ਅਜਨਾਲੇ ਵਾਲੀ ਘਟਨਾ ਦੇ ਵਿੱਚ ਗੁਰੂ ਸਾਹਿਬ ਦੀ ਪਾਲਕੀ ਅੱਗੇ ਸੀ, ਬਾਕੀ ਸਾਰੇ ਪਿੱਛੇ ਸੀ। ਉੱਥੇ ਕੋਈ ਐਕਸ਼ਨ ਹੁੰਦਾ, ਉਸ ਤੋਂ ਬਾਅਦ ਕੋਈ ਹੋਰ ਉੱਥੇ ਸੀਰੀਅਸ ਕਿਸੇ ਤਰੀਕੇ ਦਾ ਕੋਈ ਕ੍ਰਾਈਮ ਵਾਪਰ ਜਾਂਦਾ ਤੇ ਉਹ ਦੋ ਧੜਿਆਂ ਦੇ ਵਿੱਚ ਕੋਈ ਜ਼ਿਆਦਾ ਹੀ ਕੋਈ ਗੱਲਬਾਤ ਹੋ ਜਾਂਦੀ ਤੇ ਉਸ ਤੋਂ ਬਾਅਦ ਫੇਰ ਤੋਂ ਗੱਲ ਬੇਅਦਬੀ ਤੱਕ ਪਹੁੰਚਦੀ। ਪੁਲਿਸ ਨਹੀਂ ਸੀ ਚਾਹੁੰਦੀ ਕਿ ਅਜਿਹਾ ਕੁਝ ਵਾਪਰੇ। देखो, मैं समझदा कि पुलिस ने उस दिन बड़ा अच्छा रोल प्ले किया कि महाराज की सवारी करके पुलिस ने अगों कोई वायलेंस नहीं दिखाई या टकराव की स्थिति को अवॉइड किया, लेकिन उसके बाद पुलिस को एक्शन करने तो कौन रोकता पिया सीगा। पुलिस ने अगर मामला दर्ज किया तो अब मैं कह रहा अज उस गल नूं होए कितना चिर हो गया, महीना 2 महीने 1.5 महीना हो चुका है, तुसीं उहदे विच एक्शन लैंदे ना, क्यों नहीं लिया तुसीं? उस दिन क्यों लै रहे हो जिस दिन वो हज़ारां बंदियां दे नाल निकलदा पिया? तुसीं खुद टकराव की सिचुएशन क्रिएट कर दी। जो उस दिन तुसीं अवॉइड किया, गुरु साहब की गल की है, ये भी अवॉइडेबल सीगा, तुसीं पहले चुक लैंदे उन्हां नूं। तो मैं टाइमिंग के उत्ते जरूर सवाल कर रहा पुलिस ते। पर हले ਤਾਂ ਵਹੀਰ ਦੀ ਕਾਲ ਦਿੱਤੀ ਸੀ, ਵਹੀਰ ਤੋਂ ਪਹਿਲਾਂ ਇਹ ਸਾਰਾ ਕੁਝ ਹੋਇਆ। ਜੇ ਵਹੀਰ ਦੇ ਵਿੱਚ ਵੀ ਡਿਟੇਨ ਦੀ ਕੋਸ਼ਿਸ਼ ਕੀਤੀ ਜਾਂਦੀ, ਉੱਥੇ ਵੀ ਕਹਿੰਦੇ ਬੇਅਦਬੀ ਦੀ ਗੱਲ ਆਉਣੀ ਸੀਗੀ, ਉੱਥੇ ਵੀ ਪੁਲਿਸ ਨੂੰ ਇਸ ਸਾਰੇ ਸਿਨੈਰੀਓ ਦਾ ਖਤਰਾ ਬਣ ਜਾਣਾ ਸੀਗਾ। देखो ਧਾਲੀਵਾਲ ਸਾਹਿਬ, ਪੁਲਿਸ ਕੋਲ ਇੰਟੈਲੀਜੈਂਸ ਕੋਲ ਸਾਰਾ ਕੁਝ ਹੁੰਦਾ ਹੈ ਕਿ ਕਦੋਂ ਕਾਲ ਦੇਣੀ ਹੈ, ਕਦੋਂ ਨਹੀਂ ਦੇਣੀ। ਕਾਲ ਦੇਣ ਤੋਂ ਪਹਿਲੇ ਬੜੇ ਦਿਨ ਸੀਗੇ। तो मैं समझदा वां कि ਜਿਹੜੀ ਗੱਲ ਮੈਂ ਕਹਿ ਰਿਹਾ, ਮੈਂ ਉਸ ਤੇ ਸਟਿਕ ਕਰ ਰਿਹਾ ਕਿ ਪੁਲਿਸ ਨੇ ਟਾਈਮਿੰਗ ਜਿਹੜੀ ਹੈ ਇਹ ਗਲਤ ਚੁਣੀ ਸੀਗੀ। ਪੁਲਿਸ ਨੂੰ ਆਪਣਾ ਕੰਮ ਕਰਨਾ ਚਾਹੀਦਾ। ਅਸੀਂ ਕਦੋਂ ਮਨਾ ਕਰ ਰਹੇ ਹਾਂ? ਜੇ ਮਨਜੀਤ ਸਿੰਘ ਕੋਈ ਕਾਨੂੰਨ ਤੋੜਦਾ ਹੈ ਤੇ ਮਨਜੀਤ ਸਿੰਘ ਕਾਨੂੰਨ ਤੋਂ ਉੱਤੇ ਨਹੀਂ ਹੈ। ਅਸੀਂ ਕੋਈ ਰੱਬ ਨਹੀਂ ਹੈਗੇ। ਮੈਂ ਸਮਝਦਾ ਜੇ ਕਾਨੂੰਨ ਦੇ ਵਿੱਚ ਕੋਈ ਜੇ ਨਜਾਇਜ਼ ਕੇਸ ਪਾਣੇ ਆ ਤੁਸੀਂ, ਮੈਂ ਤਾਂ ਭੁਗਤ ਭੋਗੀ ਆ, ਮੇਰੇ ਤੇ NSC ਵੀ ਲੱਗਾ, ਮੇਰੇ ਤੇ ਟਾਡਾ ਵੀ ਲੱਗਾ, ਮੇਰੇ ਤੇ ਮਰਡਰ ਕੇਸ ਵੀ ਲੱਗੇ, ਮੇਰੇ ਤੇ 85 ਦੇ ਬੰਬ ਕੇਸ ਵੀ ਮੈਨੂੰ ਚੁੱਕ ਕੇ ਲੈ ਗਏ ਸੀ, ਮੈਨੂੰ ਇੰਪਲੀਕੇਟ ਕੀਤਾ ਸੀ। ਮੈਂ ਸਾਰੇ ਕੇਸਾਂ ਚੋਂ ਨਿਕਲਿਆ ਵਾਂ, ਬਰੀ ਹੋਇਆ ਵਾਂ। ਲੇਕਿਨ ਉਹ ਗੱਲਾਂ ਇੱਕ ਪਾਸੇ ਛੱਡ ਦਿਓ। ਜੇ ਤੁਹਾਡੇ ਕੋਲ ਕੋਈ ਪੁਖਤਾ ਗੱਲ ਹੈਗੀ ਸੀ ਤੇ ਪੁਲਿਸ ਨੂੰ ਐਕਸ਼ਨ ਲੈ ਲੈਣਾ ਚਾਹੀਦਾ ਜੀ। ਜੀ ਸਾਹਿਬ, ਗੱਲ ਇਹ ਆ, ਅੰਮ੍ਰਿਤਪਾਲ ਨੇ ਆਪਣੇ ਆਪ ਨੂੰ ਸੰਤਾਂ ਵਰਗਾ ਪੇਸ਼ ਕੀਤਾ, ਚਾਹੇ ਉਹ ਆਪ ਇਸ ਗੱਲ ਨੂੰ ਨਾ ਮੰਨਣ। ਵੇਸ਼ਭੂਸ਼ਾ ਵੀ ਉੱਦਾਂ ਦੀ ਸੀ, ਠੀਕ ਹੈ, ਉਹ ਹਰ ਇੱਕ ਸਿੱਖ ਦੀ ਉੱਦਾਂ ਦੀ ਹੁੰਦੀ ਹੈ, ਬਾਣਾ ਵੀ ਉਸ ਤਰੀਕੇ ਦਾ ਸੀਗਾ, ਗੱਲ ਵੀ ਸੰਤਾਂ ਦੀ ਕਰਨੀ। ਪਰ ਉਸ ਗੱਲ ਤੇ ਕਹਿੰਦੇ ਆ ਲੋਕ, ਕਹਿ ਰਹੇ ਕਿ ਉਸ ਗੱਲ ਤੇ ਕਾਇਮ ਨਹੀਂ ਰਹੇ। ਭੱਜਣ ਦੀ ਫਿਰ ਕੀ ਜ਼ਰੂਰਤ ਸੀਗੀ? ਭੱਜਣਾ ਕਿਉਂ ਸੀਗਾ? ਦੇਖੋ, ਮੈਂ ਸਮਝਦਾ ਵਾਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਨਾਲ ਮਿਲਾਣਾ ਗਲਤ ਹੋਏਗਾ। ਮੈਂ ਬਿਲਕੁਲ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦਾ। ਹਲੇ ਭਾਈ ਅੰਮ੍ਰਿਤਪਾਲ ਸਿੰਘ ਨਵੇਂ ਆਏ ਆ, ਸਾਨੂੰ ਪਤਾ ਹੀ ਨਹੀਂ ਉਹ ਕਿੱਥੋਂ ਆਏ ਆ, ਕੀ ਉਹਨਾਂ ਦੀ ਸੋਚ ਹੈਗੀ ਹੈ। ਜਿੱਥੋਂ ਤੱਕ ਉਹਨਾਂ ਦਾ ਨਸ਼ਾ ਛੁਡਾਣਾ, ਵੀ ਆਰ ਹੈਪੀ। ਜਿੱਥੋਂ ਤੱਕ ਅੰਮ੍ਰਿਤ ਸੰਚਾਰ ਕਰਨਾ, ਵੀ ਆਰ ਹੈਪੀ। ਲੇਕਿਨ ਜਿੱਥੇ ਜਾ ਕੇ ਤੁਸੀਂ ਗੱਲ ਕਰਦੇ ਹੋ ਕਿ ਸੰਤਾਂ ਦਾ ਕੋਈ ਮੁਕਾਬਲਾ ਕਰਨ, ਮੈਂ ਉਸ ਚੀਜ਼ ਦੇ ਹੱਕ 'ਚ ਨਹੀਂ ਆ। ਔਰ ਜਿਹੜੀ ਤੁਸੀਂ ਗੱਲ ਕਹੀ ਹੈ ਭੱਜਣ ਦੀ, ਮੈਂ ਸਮਝਦਾ ਹਾਂ ਕਿ ਅਗਰ ਤਾਂ ਵਾਕਈ ਭੱਜੇ, ਇਹ ਜ਼ਰੂਰ ਕੁਐਸਚਨ ਮਾਰਕ ਖੜਾ ਕਰਦਾ ਹੈ। ਤੇ ਜੇ ਪੁਲਿਸ ਨੇ ਫੜਿਆ ਹੋਇਆ ਔਰ ਪੁਲਿਸ ਕਹਿ ਰਹੀ ਹੈ ਕਿ ਭੱਜੇ ਹੋਏ ਨੇ, ਉਹ ਦੂਜੀ ਗੱਲ ਹੈ। ਅੱਜ ਸਾਨੂੰ ਕਲੈਰਿਟੀ ਨਹੀਂ ਕੀ ਹੈ। ਮੈਂ ਇਹ ਸਮਝਦਾ ਹਾਂ ਕਿ ਸਿੱਖ ਸਾਈਕੀ ਦੇ ਵਿੱਚ ਨਾ ਭਗੌੜੇ ਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾਂਦਾ। ਬਿਲਕੁਲ, ਕਿ ਤੁਸੀਂ जब वो कहते जब आपकी और निधान बने अखीरण में तब जूझ बने। मैं समझदा वां कि इस नहीं जाता, पर हले एस्टैबलिश करन दी लोड़ है कि और जे उन्हां दे उत्ते उन्हां नूं पता है कि मेरे ते कोई ऐसी गल नहीं हैगी। वध तो वध चलो मैं जनाले की गल मन भी लवां कि जनाले के मामले च उन्हां ते केस पैंदा है ते उहदे च जिहड़ा फाइल लगन लगा, इफ देयर इज नथिंग रॉन्ग then he should have himself come forward। मैं इस गल के हक दे विच हां,
ਔਰ ਜੇ ਪੁਲਿਸ ਨੇ ਚੁੱਕਿਆ ਹੋਇਆ ਔਰ ਕਹਿ ਰਹੇ ਨੇ ਕਿ ਉਹ ਭਗੌੜਾ ਹੈ ਤੇ ਫਿਰ ਗਲਤ। ਨਹੀਂ, ਤੁਹਾਨੂੰ ਇਹਦੇ ਉੱਤੇ ਕੋਈ ਸ਼ੱਕ ਹੈ ਕਿ ਵੀ ਪੁਲਿਸ ਨੇ ਡਿਟੇਨ ਕਰ ਲਿਆ ਬਟ ਉਹ ਜਾਣਬੁੱਝ ਕੇ ਨਹੀਂ ਦੱਸ ਰਹੇ? ਸ਼ੱਕ ਹੈ ਇਸ ਗੱਲ ਤੇ? ਧਾਰੀਵਾਲ ਸਾਹਿਬ, ਤੁਹਾਡੀ ਉਮਰ, ਮੈਂ ਉਹਨਾਂ ਸਾਰੇ ਸੰਘਰਸ਼ਾਂ ਚੋਂ ਨਿਕਲਿਆ ਹੋਇਆ ਹਾਂ, ਕਿਉਂਕਿ ਇੰਡੀਅਨ ਐਕਸਪ੍ਰੈਸ ਦੇ ਵਿੱਚ ਜਿਸ ਦਿਨ 7 ਜੂਨ 1984 ਜਿਸ ਦਿਨ ਗੋਲਡਨ ਟੈਂਪਲ ਐਕਸ਼ਨ ਖਤਮ ਹੁੰਦਾ 6 ਜੂਨ 1984 ਨੂੰ ਇੰਡੀਅਨ ਐਕਸਪ੍ਰੈਸ ਦੇ ਫਰੰਟ ਪੇਜ ਤੇ ਮੇਰੀ ਤੇ ਸੰਤਾ ਦੀ ਫੋਟੋ ਆਈ ਸੀ ਔਰ ਭਿੰਡਰਾਂਵਾਲੇ ਡੈਡ ਬੋਡੀ ਫਾਊਂਡ ਇਨ ਅਕਾਲ ਤਖਤ ਥੱਲੇ ਸਾਰੀ ਸਟੋਰੀ ਲਿਖ ਕੇ ਸਾਈਡ ਤੇ ਉਹਨਾਂ ਨੇ ਫੋਟੋ ਦੇ ਥੱਲੇ ਦਿੱਤਾ ਸੀਗਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਟੈਂਡਿੰਗ ਵਿਦ one of his confidant Manjeet Singh, son of late Jasdar Santokh Singh, in the background are seen the gun position। ਹੁਣ ਮੇਰੇ ਉੱਤੇ ਜਿੰਨੇ ਝੂਠੇ ਕੇਸ ਪਾਏ, ਜਿੰਨੇ ਗਲਤ ਕੇਸ ਪਾਏ ਗਏ, ਮੈਂ ਉਹ ਭੁਗਤਿਆ। ਮੇਰੇ ਪਾਸਪੋਰਟ ਇੰਪਾਊਂਡ ਹੋਏ, 6 ਸਾਲ ਮੈਂ ਭੁਗਤਦਾ ਰਿਹਾ। तो ਇਸ ਕਰਕੇ ਮੈਂ ਇਸ ਨੂੰ ਕਲੀਨ ਚਿੱਟ ਨਹੀਂ ਦੇ ਸਕਦਾ। ਅੱਜ ਤੱਕ ਤੁਸੀਂ ਦੇਖ ਲਓ ਖਾਲੜਾ ਸਾਹਿਬ ਦਾ ਕਿੰਨੀ ਵੱਡੀ ਫਹਿਰਿਸਤ ਉਹਨਾਂ ਨੇ ਤਿਆਰ ਕੀਤੀ ਸੀਗੀ, ਉਹ ਕਿਹਨਾਂ ਨੇ ਕੀਤੀ? ਉਹ ਐਡਮਿਨਿਸਟ੍ਰੇਸ਼ਨ ਨੇ ਕੀਤੀ, ਪੁਲਿਸ ਨੇ ਕੀਤੀ। ਸਰਕਾਰ ਭਾਵੇਂ ਉਹਦੇ ਚ ਬਿਆਨ ਸਿੰਘ ਦੀ ਰਹੀ ਹੈ, KPS ਗਿੱਲ ਹੈ, ਇੰਦਰਾ ਗਾਂਧੀ ਹੈ, ਰਾਜੀਵ ਗਾਂਧੀ ਹੈ, ਇਹ ਸਾਡੇ ਨਾਲ ਹੋਇਆ ਹੈ ਤੇ ਅਸੀਂ ਇਸ ਨੂੰ ਅੱਖੋਂ ਪਰੋਲੇ ਨਹੀਂ ਕਰ ਸਕਦੇ। ਗੱਲ ਇਹ ਹੈ ਜੇ ਇਸ ਨੂੰ ਸ਼ੱਕ ਦੀ ਨਜ਼ਰ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਆਫਟਰ ਆਲ ਕਦੇ ਤਾਂ ਪੇਸ਼ ਕਰਨਾ ਪਊਗਾ। ਜੇ ਤੁਸੀਂ ਕੱਲ੍ਹ ਦੱਸੋਗੇ ਤੇ ਪੇਸ਼ ਕਰਨਾ ਦੇਊਗਾ ਕੋਰਟ ਦੇ ਵਿੱਚ, ਬਿਆਨਾਤ ਵੀ ਦਰਜ ਹੋਣਗੇ। ਉੱਥੇ ਅੰਮ੍ਰਿਤਪਾਲ ਹੋਰਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਸਕਦੀ ਹੈ ਕਿ ਪੁਲਿਸ ਨੇ ਇੰਨੀ ਦੇਰ ਮੈਨੂੰ ਹਿਰਾਸਤ ਦੇ ਵਿੱਚ ਰੱਖਿਆ ਪਰ ਇੰਨੀ ਦੇਰ ਤੁਸੀਂ ਬਾਅਦ ਪੇਸ਼ ਕਰ ਰਹੇ, ਕਿਉਂਕਿ ਨਹੀਂ ਤਾਂ 24 ਘੰਟੇ ਦੇ ਅੰਦਰ ਅੰਦਰ ਕਾਨੂੰਨ ਦੇ ਦਾਇਰੇ ਦੇ ਵਿੱਚ ਤਾਂ ਪੇਸ਼ ਕਰਨਾ ਜ਼ਰੂਰੀ ਹੁੰਦਾ। ਬਿਲਕੁਲ ਠੀਕ ਕਹਿ ਰਹੇ ਹੋ, ਇਹ ਬਿਲਕੁਲ ਠੀਕ ਹੈ, ਲੇਕਿਨ ਉੱਥੇ ਇਹ ਵੀ ਦਿਖਾਇਆ ਜਾਏਗਾ ਕਿ ਕਿਸੇ ਤਾਂ ਫੜਿਆ ਹੀ ਕੱਲ ਸੀਗਾ ਇਸ ਨੂੰ, ਇਹ ਤਾਂ ਉੱਥੋਂ ਭੱਜਿਆ ਜਾਂਦਾ ਸੀ, ਅਸੀਂ ਫੜ ਲਿਆ ਇਸ ਨੂੰ। ਲੇਕਿਨ ਭਾਈ ਅੰਮ੍ਰਿਤਪਾਲ ਸਿੰਘ ਸ਼ਾਇਦ ਕਵੇ ਕਿ ਮੈਨੂੰ ਤਾਂ ਉਦੋਂ ਹੀ ਫੜ ਲਿਆ ਸੀ ਜੀ, ਇਹਨਾਂ ਨੇ ਕਸਟਡੀ 'ਚ ਰੱਖਿਆ ਸੀ। ਇਹ ਗੱਲਾਂ ਡਿਬੇਟੇਬਲ ਨੇ, ਇਹ ਜਦੋਂ ਸਾਹਮਣੇ ਰੱਖੇ ਨੇ ਉਦੋਂ ਡਿਬੇਟ ਕਰਨੀਆਂ ਚਾਹੀਦੀਆਂ, ਹਾਲੇ ਤੱਕ ਕਿਆਸ ਲਾਈਆਂ। ਤੇ ਪੁਲਿਸ ਕਹਿੰਦੀ ਹੈ ਜਿਹੜਾ ਅਸਲਾ ਆਇਆ ਉਹ ਸਾਰਾ ਸਰਹੱਦ ਪਾਰ ਤੋਂ ਅਸਲਾ ਆਇਆ, ਗੈਰ ਕਾਨੂੰਨੀ ਅਸਲਾ ਹੈ, ਔਰ ਜਿਹੜੀ ਕੁਝ ਬੰਦੇ ਫੜੇ ਆ ਉਹਨਾਂ ਦੇ ਲਿੰਕ ਵੀ ਆਇਆ ਸਹੀ ਨਾਲ ਦੱਸੇ ਜਾ ਰਹੇ, ਅੰਮ੍ਰਿਤਪਾਲ ਦਾ ਲਿੰਕ ਵੀ ਆਇਆ ਸਹੀ ਨਾਲ ਦੱਸਿਆ ਜਾ ਰਿਹਾ। ਮੈਂ ਸਮਝਦਾ ਕਿ ਅਗਰ ਐਸੀ ਗੱਲ ਹੈ ਤਾਂ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ ਔਰ ਜੇ ਇਹਨਾਂ ਕੋਲ ਪੁਖਤਾ ਇਹਦੇ ਉੱਤੇ ਸਬਸਟੈਂਡ ਕਰਨ ਵਾਸਤੇ ਕੋਰਟ ਵਿੱਚ ਹੈਗਾ ਮਾਮਲਾ, ਐਕਸ਼ਨ ਹੋਣਾ ਚਾਹੀਦਾ। ਸਰਹੱਦ ਪਾਰ ਤੋਂ ਇੰਡੀਆ ਦੀ ਯੂਨਿਟੀ ਨੂੰ, ਇੰਡੀਆ ਦੀ ਇੰਟੈਗ੍ਰਿਟੀ ਨੂੰ ਅਸੀਂ ਦਾਅ ਤੇ ਨਹੀਂ ਲਾ ਸਕਦੇ। ਜੀ ਜੀ ਅੱਗੇ ਤੁਰਦੇ ਹਾਂ, ਥੋੜ੍ਹੇ ਜਿਹੀ ਗੱਲ ਕਰਦੇ ਹਾਂ ਵੀ ਇਹ ਸਾਰਾ ਕੁਝ ਵਾਪਰਨਾ ਠੀਕ ਹੈ। ਇਸ ਗੱਲ ਨਾਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ 100% ਕਿ ਨਸ਼ਾ ਛਡਾਉਣਾ ਔਰ ਧਰਮ ਵਾਲੇ ਪਾਸੇ ਲਾਉਣਾ ਬਿਲਕੁਲ ਵੀ ਰੱਤੀ ਭਰ ਵੀ ਗਲਤ ਨਹੀਂ, ਪਰ ਇਹਦੀ ਆੜ ਦੇ ਵਿੱਚ ਇੰਟੈਂਸ਼ਨ ਕੋਈ ਹੋਰ ਹੋਵੇ ਉਹ ਬਹੁਤ ਜ਼ਿਆਦਾ ਗਲਤ ਹੈ। ਕਿਉਂਕਿ ਪੰਜਾਬ, ਤੁਸੀਂ ਆਪ ਗੱਲ ਕੀਤੀ ਹੈ, ਤੁਸੀਂ ਉਹ ਦੌਰ ਦੇਖਿਆ, ਉਸ ਤੋਂ ਬਾਅਦ ਬਹੁਤ ਕੁਝ ਭੁਗਤਿਆ। ਗੱਲ ਇਹ ਹੈ ਕਿ ਕੁਝ ਲੀਡਰਸ ਭੁਗਤਦੇ ਆ ਜਿਹੜੇ ਸੱਚੀ ਨਾਲ ਖੜੇ ਹੁੰਦੇ ਆ ਮੂਵਮੈਂਟਸ ਦੇ ਨਾਲ, ਪਰ ਅਸਲ ਦੇ ਵਿੱਚ ਲੋਕ ਬਹੁਤ ਜ਼ਿਆਦਾ ਕੁਝ ਭੁਗਤਦੇ ਆ। ਅੱਜ ਬਹੁਤ ਸਾਰੇ ਲੋਕਾਂ ਦੇ ਫੋਨ ਕਾਲਸ ਆ ਰਹੇ ਆ, ਵਿਦੇਸ਼ਾਂ ਤੋਂ ਵੀ ਆ ਰਹੇ ਆ, ਪੰਜਾਬ ਤੋਂ ਬਾਹਰ ਰਹੇ ਦੇ ਸਿੱਖਾਂ ਦੇ ਵੀ ਆ ਰਹੇ ਆ ਕਿ ਇੱਕ ਸਿਚੁਏਸ਼ਨ ਸਾਡੇ ਲਈ ਡਰ ਦੀ ਪੈਦਾ ਹੋ ਗਈ ਹੈ, ਮੁੜ ਤੋਂ ਸਾਰਾ ਕੁਝ ਉਹੀ ਬਣਦਾ ਜਾ ਰਿਹਾ ਹੈ। ਦੇਖੋ ਇਹ ਡਰ ਜਿਹੜਾ ਨਾ ਅਸੀਂ 26 ਜਨਵਰੀ ਨੂੰ ਦੇਖ ਸਕਦੇ ਹਾਂ, ਲਾਲ ਕਿਲੇ ਤੋਂ ਜੋ ਕੁਝ ਹੋਇਆ ਨਾ, ਅਸੀਂ ਤਾਂ ਪੰਜਾਬੋਂ ਬਾਹਰ ਵਾਸਤੇ ਸਿੱਖ ਹਾਂ। ਜੋ ਮਾਹੌਲ ਬਣ ਗਿਆ ਸੀ, ਸਾਨੂੰ ਲੱਗਦਾ ਸੀ 84 ਫੇਰ ਹੋਣ ਲੱਗੀ ਕਿਉਂਕਿ ਅਸੀਂ ਭੁਗਤੀ ਸੀਗੀ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਉਹਦਾ ਪ੍ਰੈਕਟੀਕਲ ਭੋਗੀ ਹਾਂ। मेरा पासपोर्ट और मेरे केस 1991 खत्म हुए, जो 84 से शुरू हुए, 91 च मैं पासपोर्ट मिलता और मैं अमेरिका जाना वा अपने ब्रदर को मिलने वास्ते, तो मैं वाया स्विट्जरलैंड गया। मेरी बेटी 7 साल की नाल सी, जो मैं 1991 की गल कर रहा। ਤੇ ਜਦੋਂ ਮੈਂ ਉਹ ਬੱਸ ਟੂਰ ਲਿਆ ਉੱਥੇ ਜਿਹੜੀ ਹਾਈਐਸਟ ਸਪੀਡ ਸੀ ਜੰਕ ਫਰੋ ਜੌਬ, ਮੈਂ ਉੱਥੋਂ ਘੁੰਮ ਕੇ ਵਾਪਸ ਮੈਨੂੰ ਯੂਰਿਕ ਛੱਡ ਰਹੇ ਸੀ ਤੇ ਬੱਸ ਵਾਪਸ ਆ ਰਹੀ ਤੇ ਜਿਹੜੀ ਗੋਰੀ ਸਾਡੀ ਗਾਈਡ ਸੀ ਨਾ ਉਹ ਅਨਾਉਂਸ ਕਰਦੀ ਹੈ ਬੱਸ ਦੇ ਵਿੱਚ ਜਿਹੜਾ ਪਬਲਿਕ ਸਿਸਟਮ ਹੈਗਾ ਸੀਗਾ ਉਸ ਤੇ ਕਹਿੰਦੀ ਹੈ ਪਬਲਿਕ ਐਡਰੈਸ ਸਿਸਟਮ ਤੇ ਕਿ ਬਈ ਜੇ ਕਿਸੇ ਨੇ ਜਿੱਥੇ ਜਿੱਥੇ ਮੈਂ ਲੈ ਕੇ ਵੀ ਗਏ ਹੋ ਫਿਰ ਉਹ ਹੇਲ ਟ੍ਰੇਨ ਤੇ ਗਏ ਹੋ ਉੱਪਰ ਗਏ ਹੋ ਕੋਈ ਸਵਾਲ ਹੋਣ ਸਾਨੂੰ ਪੁੱਛਿਆ ਜਾਵੇ। when she came to my table I was shocked। ਤੁਸੀਂ ਅੱਜ ਖਾਲਿਸਤਾਨੀ ਦੀ ਗੱਲ ਕਰ ਰਹੇ ਹੋ ਨਾ, ਉਸ ਵਕਤ ਸਾਨੂੰ ਖਾਲਿਸਤਾਨੀ ਨਹੀਂ ਕਿਹਾ ਗਿਆ, ਉਸ ਵੇਲੇ ਸਾਨੂੰ ਐਕਸਟ੍ਰੀਮਿਸਟ ਕਿਹਾ ਗਿਆ। ਮੈਨੂੰ ਆ ਕੇ ਗੋਰੀ ਕਹਿੰਦੀ ਹੈ you are saying from India? You are a terrorist, you killed Indira Gandhi। मैं एकदम ना ਪਿੱਛੇ ਹੋ ਗਿਆ। ਮੈਂ ਕਿਹਾ ਦੱਸੋ ਇਹ ਸਾਡੇ ਬਾਰੇ
ਸਰਕਾਰ ਨੇ ਕਿੱਦਾਂ ਦਾ ਪ੍ਰਚਾਰ ਬਾਹਰ ਕੀਤਾ ਹੋਇਆ। ਹੂੰ Then I made her sit next to me. ਮੈਂ ਕਿਹਾ please sit with me and let me explain that why Indira Gandhi was killed and what are our problems in India. ਮੈਂ ਸਮਝਦਾ ਵਾਂ ਕਿ ਸਾਡੇ ਬਾਰੇ ਨਾ ਜਿਹੜਾ ਪਰਸਪੈਕਟਿਵ ਹੈ ਉਹ ਹਮੇਸ਼ਾ ਗਲਤ ਬਣਦਾ ਹੈ ਔਰ ਉਹਦੇ ਵਿੱਚ ਸਰਕਾਰਾਂ ਦਾ ਰੋਲ ਹੁੰਦੇ ਨੇ। ਪਰ ਵੱਡੀ ਗੱਲ ਇਹ ਹੈ ਕਿ ਅਸੀਂ ਵੀ ਏਡੇ ਹਾਂ ਕਿ ਅਸੀਂ ਇਹ ਨਹੀਂ ਪਤਾ ਕਿ ਜਿਹੜੀ ਦਾਲ ਤੇ ਬੈਠੀਆਂ ਅਸੀਂ ਉਹਨੂੰ ਪੱਟਦੇ ਪਏ ਹਾਂ। ਅਸੀਂ ਆਪਣੇ ਖਿਲਾਫ ਇਹ ਪਰਸਪੈਕਟਿਵ ਨੂੰ ਰੋਕੀਏ, ਅਸੀਂ ਉਹ ਦੱਸੀਏ ਕਿ ਅਸੀਂ ਕੌਣ ਹਾਂ, ਅਸੀਂ ਇਨਵਾਇਰਮੈਂਟਲਿਸਟ ਹਾਂ, ਸਾਡੇ ਗੁਰੂ ਕੀ ਕਹਿੰਦੇ ਆ, ਸਾਡਾ ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ, ਸਿੱਖ ਕਿਹਨਾਂ ਸਿਧਾਂਤਾਂ ਤੇ ਖੜੇ ਹੁੰਦੇ ਆ। ਕੋਵਿਡ 'ਚ ਅਸੀਂ ਲੋਕਾਂ ਨੂੰ ਦੱਸ ਦਿੱਤਾ ਜਿਹੜੇ ਸਾਨੂੰ ਸਕੂਲ 'ਚ ਕਹਿੰਦੇ ਸੀ। ਸੋ ਵੀ ਆਰ ਸੋ ਮਚ ਥਿੰਗ। ਔਰ ਮੈਂ ਲੰਬਾ ਨਹੀਂ ਜਾਣਾ ਚਾਹੁੰਦਾ, ਮੈਂ ਵਾਪਸ ਆ ਕੇ ਖਾਲਸਾ ਇਨਵਾਇਰਮੈਂਟ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਕਿਉਂਕਿ ਇਨਵਾਇਰਮੈਂਟ ਉਸ ਵੇਲੇ ਬੜਾ ਵੱਡਾ ਇਸ਼ੂ ਸੀ ਕਿ ਆਪਣੀ ਪੱਗ ਔਰ ਇਮੇਜ ਨੂੰ ਅਸੀਂ ਦੂਜੇ ਤਰੀਕੇ ਦਿਖਾਉਣ ਵਾਸਤੇ ਅਸੀਂ ਉਸ ਪਾਸੇ ਤੁਰੇ। ਜੀ ਇੱਕ ਸਵਾਲ ਉੱਠਦੇ ਆ ਕਿ ਲਗਾਤਾਰ ਅੰਮ੍ਰਿਤਪਾਲ ਹੋਰਾਂ ਦੇ ਵੱਲੋਂ ਆਪਣੇ ਪ੍ਰੋਗਰਾਮਸ ਦੇ ਵਿੱਚ ਗੱਲ ਕਹੀ ਜਾਂਦੀ ਹੈ ਕਿ ਸਿਰ ਮੰਗਦੇ ਆ, ਸਮਾਂ ਸਿਰ ਮੰਗਦਾ ਹੈ, ਸਿਰਾਂ ਦੀ ਲੋੜ ਹੈ। ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਸਾਨੂੰ ਸਿਰ ਦੇਣ ਦੀ ਲੋੜ ਹੈ ਜਾਂ ਸਿਰ ਵਰਤਣ ਦੀ ਲੋੜ ਹੈ? ਸਮਾਂ ਇਸ ਵੇਲੇ ਦੀ ਕੀ ਮੰਗ ਕਰ ਰਿਹਾ? ਸਮਾਂ ਇਸ ਵੇਲੇ ਮੰਗ ਕਰਦਾ, ਪਹਿਲੀ ਗੱਲ ਸਿਰ ਜੋੜਨ ਦੀ ਲੋੜ ਹੈ। ਅਸੀਂ ਆਪ ਹੀ ਛਿੱਤਰਾਂ 'ਚ ਦਾਲ ਵੰਡੀ ਹੋਈ ਹੈ ਔਰ ਜੋੜਨ ਤੋਂ ਬਾਅਦ ਅਕਲ ਨਾਲ। ਵੀ ਆਰ ਨਾਟ ਗੁੱਡ ਨੈਗੋਸ਼ੀਏਟਰ। ਮੋਰਚੇ ਲਾਓ ਜੀ, ਕੁਰਬਾਨੀਆਂ ਦਿਓ ਜੀ, ਸਿਰ ਵਢਾਓ ਜੀ। ਕਿਉਂ ਵਢਾਈਏ ਜੀ? ਟੇਬਲ ਤੇ ਬੈਠ ਕੇ ਅਸੀਂ ਕਿਉਂ ਆਪਣੇ ਮਸਲੇ ਨਹੀਂ ਸਰਕਾਰ ਨਾਲ ਡਿਸਕਸ ਕਰ ਸਕਦੇ? ਔਰ ਮੈਂ ਸਮਝਦਾ ਕਿ ਕਿਸਾਨੀ ਮੋਰਚੇ ਦੇ ਵਿੱਚ ਇੱਕ ਪਾਸੇ ਪ੍ਰੈਸ਼ਰ, ਦੂਜੇ ਪਾਸੇ ਆਪਣੀ ਮੰਗ ਦੇ ਉੱਤੇ ਅਡੋਲ ਸਾਰੀਆਂ ਜਥੇਬੰਦੀਆਂ ਦੀਆਂ ਅੱਜ ਭਾਵੇਂ ਫਿਰ ਉਹ ਵਖਰੇਵੇਂ ਵੱਲ ਚੱਲ ਪਈਆਂ ਨੇ। ਇਸ ਤੋਂ ਵੱਡਾ ਐਗਜ਼ਾਮਪਲ ਕੀ ਹੋ ਸਕਦਾ? ਫਿਰ ਮੋਦੀ ਸਾਹਿਬ ਜਿਹੜੇ ਕਦੀ ਕਿਸੇ ਅੱਗੇ ਝੁਕੇ ਨਹੀਂ, ਉਹਨਾਂ ਨੂੰ ਕਾਨੂੰਨ ਵਾਪਸ ਲੈਣੇ ਪੈ ਗਏ। ਮੈਂ ਸਮਝਦਾ ਵਾਂ ਕਿ ਸਾਨੂੰ ਸਿਰ ਜੋੜ ਕੇ ਔਰ ਅਕਲ ਦੇ ਨਾਲ ਟੇਬਲ ਦੇ ਉੱਤੇ ਮੈਂ ਇਸੇ ਕਰਕੇ ਸਵਾਲ ਕੀਤਾ ਸੀ। ਤੁਸੀਂ ਉਹ ਗੱਲ ਜਿਹੜੀ ਉਹ ਇੱਕ ਵਾਕਿਆ ਸ਼ੇਅਰ ਕੀਤਾ, ਉਸ ਵੇਲੇ ਤੁਸੀਂ ਪੜ੍ਹੇ ਲਿਖੇ ਸੀਗੇ, ਲੈਂਗੁਏਜ ਤੁਹਾਡੇ ਕੋਲ ਇੱਕ ਟੂਲ ਸੀਗਾ ਤੁਹਾਡੇ ਕੋਲੇ, ਕਿਉਂਕਿ ਤੁਸੀਂ ਪੜ੍ਹੇ ਸੀ ਤੇ ਉਸ ਟੂਲ ਦੇ ਜ਼ਰੀਏ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਈ, ਆਪਣਾ ਪੱਖ ਰੱਖ ਦਿੱਤਾ। ਅੱਜ ਅਸੀਂ ਜਿਸ ਦੌਰ ਦੇ ਵਿੱਚੋਂ ਲੰਘ ਰਹੇ ਹਾਂ, ਸਾਡੇ ਬਹੁਤੇ ਬੱਚੇ ਨੌਜਵਾਨ ਜਿਹੜੇ ਆ ਉਹ ਵਿੱਦਿਆ ਤੋਂ ਵਾਂਝੇ ਹੋ ਰਹੇ ਆ ਜਾਂ ਰਹਿ ਰਹੇ ਆ। ਇਹਦੇ ਵਾਲੇ ਚਲੋ ਇਹ ਵੀ ਡਿਬੇਟੇਬਲ ਇਸ਼ੂ, ਆਪਾਂ ਇਹਦੇ ਵਿੱਚ ਨਹੀਂ ਜਾਣਾ। ਪਰ ਗੱਲ ਇਹ ਹੈ ਕਿ ਜਦੋਂ ਅਸੀਂ ਪੜ੍ਹਾਂਗੇ ਲਿਖਾਂਗੇ, ਅੱਜ ਜਿੰਨੇ ਵੀ ਬੰਦੀ ਸਿੱਖ ਬਾਹਰ ਆ ਰਿਹਾ, ਮੈਂ ਮੋਸਟਲੀ ਹਰ ਬੰਦੇ ਨਾਲ ਇੰਟਰਵਿਊ ਕੀਤੀ ਹੈ, ਉਹ ਇੱਕੋ ਹੀ ਗੱਲ ਕਹਿ ਰਿਹਾ ਕਿ ਪੜ੍ਹੋ, ਪਹਿਲਾਂ ਪੜ੍ਹਨਾ ਜ਼ਰੂਰੀ ਹੈ, ਫਿਰ ਸਮਝੋ, ਫਿਰ ਉਸ ਤੋਂ ਬਾਅਦ ਜਿਹੜਾ ਹੈ ਇੱਕ ਪੋਜੀਸ਼ਨ ਤੇ ਜਾ ਕੇ ਇੱਕ ਸਿਧਾਂਤਕ ਤੌਰ ਦੇ ਉੱਤੇ ਲੜਾਈ ਲੜੋ, ਨਾ ਕਿ ਜਿਹੜੀ ਸਿਰ ਦੇਣ ਦੀ, ਕੁਰਬਾਨੀ ਦੀ ਗੱਲ। ਅਸੀਂ ਵਹੀਰਾਂ ਦੀ ਵਹੀਰਾਂ ਇਸ ਵਾਲੇ ਪਾਸੇ ਜਾ ਰਹੇ ਹਾਂ, ਉਹ ਇਸ ਨੂੰ ਟੋਟਲੀ ਕੰਡੈਮ ਕਰ ਰਹੇ ਆ। ਦੇਖੋ, ਮੈਂ ਬਿਲਕੁਲ ਇਸ ਨਾਲ ਐਗਰੀ ਕਰਦਾ ਵਾਂ। ਉਹਦਾ ਕਾਰਨ ਹੈ ਕਿ ਜਿਹੜੇ ਜੇਲ੍ਹਾਂ 'ਚੋਂ ਸਿੰਘ ਕਿੰਨੇ ਕੁ ਅਸੀਂ ਮਦਦ ਕੀਤੀ ਹੋਣੀ, ਕਿਉਂਕਿ ਮੈਂ ਇਸ ਮਾਹੌਲ 'ਚ ਰਿਹਾ ਵਾਂ, ਕਿੰਨਿਆਂ ਦੀ ਅਸੀਂ ਰਿਹਾਈ ਕਰਾਈ ਹੋਣੀ ਹੈ, ਕਿੰਨੇ ਬੰਦੇ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਦੀ ਕਾਨੂੰਨੀ ਲੜਾਈ ਅਸੀਂ ਲੜੀ ਹੋਏਗੀ। 1984 ਨੂੰ ਦਿੱਲੀ 'ਚ ਅਸੀਂ ਕਿੱਦਾਂ ਲੜਿਆ, 84 ਦੀ ਯਾਦਗਾਰ ਅੱਜ ਪਾਰਲੀਮੈਂਟ ਦੇ ਸਾਹਮਣੇ ਆ। ਸੱਜਣ ਕੁਮਾਰ ਅੰਦਰ, ਕਦੀ ਕੋਈ ਸੋਚ ਹੀ ਨਹੀਂ ਸਕਦਾ ਸੀ ਕਿ ਸੱਜਣ ਅੰਦਰ ਜਾਏਗਾ। ਅਸੀਂ ਬੜੇ ਤਰੀਕੇ ਨਾਲ ਇਹ ਲੜਾਈਆਂ ਲੜੀਆਂ। ਔਰ ਕਮਾਲ ਦੀ ਗੱਲ ਇਹ ਹੈ ਕਿ 84 ਤੋਂ ਬਾਅਦ 25 ਸਾਲ ਰਾਜ ਕਾਂਗਰਸ ਦਾ ਹੋਵੇ, ਤਦ ਵੀ ਅਸੀਂ ਗੋਡੇ ਨਹੀਂ ਟੇਕੇ, ਆਪਣੇ ਤੇ NSA ਪਵਾ ਕੇ, ਆਪਣੇ ਤੇ ਸਾਰਾ ਕੁਝ ਕਰਾ ਕੇ, ਔਰ ਰਿਜ਼ਲਟ ਅੱਜ ਤੁਹਾਡੇ ਸਾਹਮਣੇ। ਲੇਕਿਨ ਅੱਜ ਜਿਹੜੀ ਗੱਲ ਤੁਸੀਂ ਐਜੂਕੇਸ਼ਨ ਦੀ ਕਹਿ ਰਹੇ ਹੋ, ਮੈਂ ਸਮਝਦਾ ਵਾਂ ਅਸੀਂ ਨਾ ਸੋਸ਼ਲ ਮੀਡੀਆ ਤੋਂ ਡਰਦੇ ਪਏ ਹਾਂ। ਅਸੀਂ ਜਿਹੜੇ ਸਾਡੀ ਕਲਰਜੀ ਹੈ ਨਾ, ਕਿ ਇਹਦਾ ਬੜਾ ਜ਼ਿਆਦਾ ਨੁਕਸਾਨ ਸਾਡੀ ਕੌਮ ਤੇ ਹੋ ਰਿਹਾ। ਮੈਂ ਹਮੇਸ਼ਾ ਕਹਿੰਦਾ ਕਿ ਜਿਹੜੀ ਚੀਜ਼ ਤੁਹਾਨੂੰ ਡਿਸਐਡਵਾਂਟੇਜ ਲੱਗੇ ਉਹਨੂੰ ਆਪਣੀ ਐਡਵਾਂਟੇਜ ਤੇ ਲਿਆ ਕੇ ਉਸ ਤੇ ਖੇਡਣਾ ਚਾਹੀਦਾ, ਉਸ ਤੇ ਬੈਟਿੰਗ ਕਰਨੀ ਚਾਹੀਦੀ। ਔਰ ਸੋਸ਼ਲ ਮੀਡੀਆ ਜਿਸ ਤੋਂ ਤੁਸੀਂ ਡਰਦੇ ਹੋ, ਉਹ ਸੋਸ਼ਲ ਮੀਡੀਆ ਨੂੰ ਜੇ ਅਸੀਂ ਪੋਜ਼ਿਟਿਵਲੀ ਆਪਣੇ ਵਾਸਤੇ ਵਰਤੀਏ, ਆਪਣੇ ਮਸਲੇ ਰੱਖੀਏ, ਆਪਣਾ ਇਤਿਹਾਸ ਰੱਖੀਏ, ਆਪਣੇ ਬੱਚਿਆਂ ਨੂੰ ਉਸ ਪਾਸੇ ਲਾ ਦਈਏ, ਉਹ ਸਾਡਾ ਉਹ ਬਣ ਜਾਊਗਾ। ਮੈਨੂੰ ਯਾਦ ਆ ਕਈ ਬਜ਼ੁਰਗ ਸਾਡੇ ਜਿਹੜੇ ਹੁੰਦੇ ਸੀਗੇ ਉਹ ਦੱਸਦੇ ਹੁੰਦੇ ਸੀਗੇ ਕਿ ਇੱਕ ਜ਼ਮਾਨੇ 'ਚ ਐਕਟਰੈਸ ਹੁੰਦੀ ਸੀ ਸਾਧਨਾ। ਉਹ ਕਹਿੰਦੇ ਜਦੋਂ ਨਵੀਂ ਨਵੀਂ ਬੜੀ ਹਿੱਟ ਐਕਟਰੈਸ ਰਹੀ, ਕਹਿੰਦੀ ਜਦੋਂ ਨਵੀਂ ਨਵੀਂ ਆਈ ਤਾਂ ਚੱਲੀ ਨਹੀਂ, ਉਹਦਾ ਮੱਥਾ ਬੜਾ ਚੌੜਾ ਸੀ। ਉਸਨੇ ਕੀ ਕੀਤਾ, 4 ਵਾਲ ਲੱਗੇ ਕਰਕੇ ਇੱਕ ਨਵਾਂ ਜਿਹਾ ਡਿਜ਼ਾਈਨ ਕਰ ਲਿਆ, ਵਾਲ ਏਦਾਂ ਨੂੰ ਉਹਨੇ ਬਣਾ ਲਏ ਔਰ ਉਹ ਮੱਥਾ ਢੱਕ ਗਿਆ।
ਤੇ ਉਸ ਨੂੰ ਸਾਰੇ ਲੋਕ ਸਾਧਨਾ ਸਟਾਈਲ ਕਹਿਣ ਲੱਗ ਪਏ ਔਰ ਦੁਨੀਆ 'ਚੋਂ ਫੇਮਸ ਹੋਈ। ਮੈਂ ਸਮਝਦਾ ਕਿ ਆਪਣੀ ਡਿਸਐਡਵਾਂਟੇਜ ਨੂੰ ਜਦੋਂ ਤੁਸੀਂ ਐਡਵਾਂਟੇਜ ਬਣਾਓਗੇ, ਉਦੋਂ ਤੁਹਾਨੂੰ ਵੱਡੀਆਂ ਵੱਡੀਆਂ ਸਰਕਾਰਾਂ, ਭਾਵੇਂ ਉਹਨਾਂ ਦੀਆਂ ਏਜੰਸੀਆਂ, ਭਾਵੇਂ ਕ੍ਰਾਸ ਬਾਰਡਰਾਂ 'ਚ ISI ਬੈਠੀ ਹੈ, ਅਸੀਂ ISI ਦੇ ਆਸ਼ਿਕ ਹੋ ਜਾਵਾਂਗੇ। ਮੇਰੇ ਉੱਤੇ ਹਮਲੇ ਬਾਹਰਲੇ ਮੁਲਕ ਹੋਏ, ਸਿੱਖ ਫॉर ਜਸਟਿਸ ਨੇ ਕੀਤੇ, ਮੈਂ ਉਹਨਾਂ ਦੇ ਏਜੰਡੇ ਨਾਲ ਬਿਲਕੁਲ ਨਹੀਂ ਹਾਂ। ਮੈਂ ਜਿਹੜੀ ਲੜਾਈ ਲੜੀ ਹੈ, ਮੈਂ ਕਨਸਟੀਟਿਊਸ਼ਨ ਦੇ ਅੰਦਰ ਬਹਿ ਕੇ ਲੜੀ ਔਰ ਅੱਗੋਂ ਵੀ ਇਸੇ ਦੇ ਅੰਦਰ ਲੜਾਂਗੇ, ਇਸ ਮੁਲਕ ਦੇ ਕੇ ਲੜਾਂਗੇ। ਬਾਹਰ ਝੰਡੇ ਸਾਡੇ ਸਾੜਨੇ, ਇਦਾਂ ਦਾ ਕੰਮ ਕਰਨਾ, ਮੈਂ ਸਮਝਦਾ ਇਹ ਕਿਤੇ ਨਾ ਕਿਤੇ ਤੁਸੀਂ ਜਿਹੜਾ ਹਿੰਦੁਸਤਾਨ 'ਚ ਸਾਡੇ ਭਰਾ ਬੈਠੇ ਆ, ਤੁਸੀਂ ਉਹਨਾਂ ਵਾਸਤੇ ਮੁਸੀਬਤ ਖੜੀ ਕਰ ਰਹੇ ਹੋ। ਖਾਲੀ ਉਹਨਾਂ ਵਾਸਤੇ ਨਹੀਂ, ਤੁਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਹੈ, ਬਾਹਰ ਜਿਹੜਾ ਡਾਇਸਪੋਰਾ ਹੈ ਉਹਨਾਂ ਦੇ ਵਿੱਚੋਂ ਕਿੰਨੇ % ਨੇ, ਲੇਕਿਨ ਇੱਕ ਮੈਜੋਰਿਟੀ ਡਾਇਸਪੋਰਾ ਜਿਹੜਾ ਇਸ ਚੀਜ਼ ਦੇ ਹੱਕ 'ਚ ਨਹੀਂ ਹੈ, ਲੇਕਿਨ ਉਹ ਬੋਲਦਾ ਨਹੀਂ, ਜ਼ੁਬਾਨ ਨਹੀਂ ਖੋਲਦਾ। ਇਹ ਉਹਨਾਂ ਦੀ ਸੋਚ ਜੀ। ਠੀਕ ਜੀਕੇ ਸਾਹਿਬ, ਮੈਨੂੰ ਲੱਗਦਾ ਕਿ ਇਹਨਾਂ ਗੱਲਾਂ ਦੇ ਵਿੱਚ, ਇਹਨਾਂ ਸ਼ਬਦਾਂ ਦੇ ਵਿੱਚ ਅਸੀਂ ਸਾਰੀ ਗੱਲ ਨੂੰ ਛੂ ਲਿਆ ਔਰ ਹਾਲਾਂਕਿ ਸਵਾਲ ਬਹੁਤ ਸਾਰੇ ਹੋਰ ਵੀ ਆ, ਪਰ ਉਹਨਾਂ 'ਚ ਬਸ ਇੱਕ ਜਿਹੜਾ ਅਖੀਰੀ ਸਵਾਲ ਮੈਂ ਲੈਣਾ ਚਾਹੁੰਦਾ, ਕਿਉਂਕਿ ਮੈਂ ਅੰਮ੍ਰਿਤਪਾਲ ਹੋਰਾਂ ਨੂੰ ਵੀ ਇੰਟਰਵਿਊ ਕੀਤਾ ਸੀਗਾ ਔਰ ਉਸ ਇੰਟਰਵਿਊ ਦੇ ਵਿੱਚ ਗੱਲ ਇਹ ਹੋਈ ਸੀਗੀ ਵੀ ਜਦੋਂ ਕੋਈ ਸਿੱਖ ਆਪਣੀ ਸਟੇਟ ਦੀ ਡਿਮਾਂਡ ਕਰਦਾ ਹੈ, ਉਦੋਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰਚੇ ਪਾਉਣ ਦੀ ਗੱਲ ਕੀਤੀ ਜਾਂਦੀ ਹੈ, ਪਰ ਜਦੋਂ ਇਸ ਗੁਲਦਸਤੇ ਨੂੰ, ਇਸ ਭਾਰਤ ਨੂੰ, ਜਦੋਂ ਕੋਈ ਹਿੰਦੂ ਸਟੇਟ ਦੇ ਦਾਅਵੇ ਦੀ ਗੱਲ ਕਰਦਾ ਤੇ ਉਹਨੂੰ ਇਗਨੋਰ ਕਰ ਦਿੱਤਾ ਜਾਂਦਾ। ਮੈਂ ਸਮਝਦਾ, ਦੇਖੋ, ਇਹ ਗਵਰਨਮੈਂਟ ਆਫ ਇੰਡੀਆ ਨੂੰ ਸੋਚਣਾ ਚਾਹੀਦਾ। ਇਸ ਆਰਗੂਮੈਂਟ ਨੂੰ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੇ ਦਿੱਤਾ ਹੈ, ਤੁਸੀਂ ਇਸ ਨੂੰ ਡਿਨਾਈ ਕਿੱਦਾਂ ਕਰ ਸਕਦੇ ਹੋ? ਜੇ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਤੇ ਫਿਰ ਕੋਈ ਸਿੱਖ ਰਾਸ਼ਟਰ ਦੀ ਵੀ ਗੱਲ ਕਰ ਸਕਦਾ। ਮੈਂ ਕਹਿੰਦਾ ਤੁਸੀਂ ਅਖੰਡ ਭਾਰਤ ਦੀ ਗੱਲ ਕਰਦੇ ਹੋ ਤੇ ਫਿਰ ਅਖੰਡ ਪੰਜਾਬ ਦੀ ਵੀ ਗੱਲ ਹੋ ਸਕਦੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਕਿੱਥੋਂ ਕਾਬਲ ਕੰਧਾਰ ਤੋਂ ਸ਼ੁਰੂ ਹੋ ਕੇ ਤੇ ਚੀਨ ਨੂੰ ਜਾ ਕੇ ਛੂਹਦਾ ਸੀਗਾ ਤੇ ਦਿੱਲੀ ਤੱਕ ਆਉਂਦਾ ਸੀਗਾ। ਮੈਂ ਸਮਝਦਾ ਫਿਰ ਅਖੰਡ ਪੰਜਾਬ ਦੀ ਵੀ ਗੱਲ ਹੋ ਸਕਦੀ ਹੈ। ਗੱਲ ਕਰਨ ਨੂੰ ਨਹੀਂ ਰੋਕ ਸਕਦਾ, ਸੁਪਰੀਮ ਕੋਰਟ ਦੀ ਉਹਦੇ ਉੱਤੇ ਰੂਲਿੰਗ ਹੈ। ਮੈਂ ਸੰਤਾਂ ਦੀ ਗੱਲ ਦੱਸਵਾਂ, ਕਿਉਂਕਿ ਮੈਂ ਸੰਤ ਜਰਨੈਲ ਸਿੰਘ ਖਾਲਸਾ ਹੋਰਾਂ ਨਾਲ ਨਜ਼ਦੀਕੀ ਰਹੇ। ਨਿਰੰਕਾਰੀ ਕੇਸ ਦੇ ਵਿੱਚ ਮੇਰੇ ਪਿਤਾ ਤੇ ਉਹ ਇਨਵੋਲਵ ਹੋਏ ਔਰ ਮੇਰੇ ਉੱਤੇ ਉਹਦੇ ਬਾਅਦ ਮੇਰੇ ਪਿਤਾ ਦੀ ਅਸੈਸੀਨੇਸ਼ਨ 1981 ਦੇ ਵਿੱਚ ਹੋਈ ਸੀ ਔਰ ਉਸ ਤੋਂ ਬਾਅਦ ਸੰਤਾਂ ਨਾਲ ਮੇਰਾ ਬੜਾ ਪਿਆਰ ਰਿਹਾ। ਮੈਂ ਦਿੱਲੀ ਉਹਨਾਂ ਨੂੰ 15 ਦਿਨ ਲੈ ਕੇ ਆਇਆ ਸੀਗਾ। ਹੁਣ ਸੁਬਰਾਮਨਿਅਮ ਸਵਾਮੀ ਜਾਂਦਾ ਸੰਤ ਪਿੰਡਰਾਣਿਆਂ ਨੂੰ ਮਿਲਣ ਲਈ। ਹੁਣ ਇਹ ਜਿਹੜੇ ਹੈਗੇ ਆ ਆਪਣੇ ਜਿਸ ਨੂੰ ਆਪ ਕਹਿੰਦੇ ਹੋ ਰਾਮ ਜੇਠ ਮਲਾਨੀ ਸੰਤ ਪਿੰਡਰਾਣਿਆਂ ਨੂੰ ਮਿਲਣ ਜਾਂਦੇ ਨੇ ਔਰ ਤੁਹਾਨੂੰ ਪਤਾ ਹੈ ਕਿ ਦੋਵੇਂ ਟੌਪ ਦੇ ਵਕੀਲ ਤੇ ਸੰਤਾਂ ਕੋਲ ਜਾ ਕੇ ਬਿਆਨ ਕੀ ਦਿੰਦੇ ਨੇ ਕਿ ਇੰਦਰਾ ਗਾਂਧੀ ਗਲਤ ਹੈ, ਸੰਤ ਪਿੰਡਰਾਣਾ ਠੀਕ ਹੈ। ਕਿਉਂ? ਰੀਜ਼ਨ ਮੈਂ ਇੱਕ ਐਗਜ਼ਾਮਪਲ ਦਿੰਦਾ, ਇਹਦਾ ਤੋੜ ਅੱਜ ਤੱਕ ਮੈਨੂੰ ਕੋਈ ਸਰਕਾਰ ਨਹੀਂ ਦੇ ਸਕਦੀ ਔਰ ਮੈਂ ਸਰਕਾਰਾਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ, ਤੁਸੀਂ ਪੰਜਾਬ ਨੂੰ, ਪੰਜਾਬੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਪਿਆਰ ਤੋਂ ਡਰਦੇ ਨੇ, ਇਹ ਥੱਪੜ ਤੋਂ ਨਹੀਂ ਡਰਦੇ, ਇਹ ਤੋਪਾਂ ਤੋਂ ਨਹੀਂ ਡਰਦੇ, ਗੋਲੀ ਤੋਂ ਨਹੀਂ ਡਰਦੇ। ਤੁਸੀਂ ਗਲਤ ਰਾਹ ਨਾ ਲਵੋ। ਸੰਤ ਪਿੰਡਰਾਣਿਆਂ ਦਾ ਮੈਨੂੰ ਇੱਕ ਆਰਗੂਮੈਂਟ ਜਿਹੜਾ ਉਹਨਾਂ ਨੇ ਇਹਨਾਂ ਦੋਵਾਂ ਵੱਡੇ ਵਕੀਲਾਂ ਨੂੰ ਦਿੱਤਾ ਸੀਗਾ ਕਿ ਇੱਕ ਮਨਜੀਤ ਸਿੰਘ ਨਾਂ ਦਾ ਬੱਚਾ ਪਲੇਨ ਹਾਈਜੈਕ ਕਰਦਾ ਹੈ ਜਿੱਦਣ ਸੰਤ ਗ੍ਰਿਫਤਾਰ ਹੋ ਜਾਂਦੇ, ਉਹ ਆਪਣਾ ਨਾਮ ਮੁਸੀਬਤ ਸਿੰਘ ਦੱਸਦਾ ਔਰ ਇੱਕ ਟॉय ਪਿਸਟਲ ਦੇ ਨਾਲ, ਅਸਲੀ ਹਥਿਆਰ ਨਹੀਂ ਸੀ, ਉਹ ਹਾਈਜੈਕ ਕਰਦਾ, ਅੰਮ੍ਰਿਤਸਰ ਲੈਂਡ ਹੋ ਜਾਂਦਾ, ਅੰਮ੍ਰਿਤਸਰ ਜਾ ਕੇ ਉਹ ਸਰੈਂਡਰ ਕਰਦਾ ਹੈ। ਉਹ ਕਹਿੰਦਾ ਜੀ ਆਹ ਲਓ, ਮੈਂ ਸਿਰਫ ਖਬਰ ਬਣਾਉਣੀ ਸੀ ਕਿ ਸਾਡੇ ਨਾਲ ਸਰਕਾਰਾਂ ਧੱਕਾ ਕਰਦੀਆਂ ਪਈਆਂ, ਮੈਂ ਨਾ ਤੇ ਪਲੇਨ ਨੂੰ ਡੈਮੇਜ ਕੀਤਾ, ਨਾ ਕਿਸੇ ਸਵਾਰੀ ਨੂੰ ਡੈਮੇਜ ਕੀਤਾ, ਨਾ ਕੁਝ ਹੋਰ ਕੀਤਾ, ਆਹ ਮੈਂ ਸਰੈਂਡਰ ਕਰਦਾ। ਉਹ ਸਰੈਂਡਰ ਕਰਦਾ, ਉਸ ਨੂੰ ਪੁਲਿਸ ਥੱਲੇ ਉਤਾਰਦੀ ਹੈ ਹਵਾਈ ਜਹਾਜ਼ ਦੀ ਪੌੜੀਆਂ ਤੋਂ ਔਰ ਜਦੋਂ ਉਹ ਟਰਬੈਕ ਤੇ ਉਤਰਦਾ ਉਹਦੀ ਕੰਨ ਪੱਟੀ ਤੇ ਪਿਸਤੌਲ ਰੱਖ ਕੇ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ। ਕਿ ਅਗਰ ਸਾਡੇ ਵੀ ਕਦੇ ਤੇ ਕੋਈ ਦਲੀਲ ਨਹੀਂ, ਕੋਈ FIR ਨਹੀਂ, ਕੋਈ ਕੋਰਟ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਨਹੀਂ ਦਿੱਤਾ ਗਿਆ ਔਰ ਜਦੋਂ 1977 ਇੰਦਰਾ ਗਾਂਧੀ ਉਤਰਦੀ ਹੈ, ਇੰਦਰਾ ਗਾਂਧੀ ਗ੍ਰਿਫਤਾਰ ਕਰ ਲਈ ਜਾਂਦੀ ਹੈ ਜਨਤਾ ਰਾਜ ਦੇ ਵਿੱਚ, ਮੋਰਾਰਜੀ ਦੇਸਾਈ ਦੀ ਸਰਕਾਰ ਦੇ ਵਿੱਚ, ਦੋ ਭਰਾ ਪਾਂਡੇ ਬ੍ਰਦਰਸ ਹਾਈਜੈਕ ਕਰਦੇ ਨੇ ਪਲੇਨ ਲਖਨਊ ਤੋਂ ਔਰ ਉਹ ਪਲੇਨ ਉਤਰਦਾ, ਸਰੈਂਡਰ ਹੋ ਜਾਂਦਾ। ਸਾਲ ਬਾਅਦ ਇੰਦਰਾ ਦੀ ਸਰਕਾਰ ਆਉਂਦੀ ਹੈ, ਇੱਕ ਭਰਾ MP ਬਣ ਜਾਂਦਾ ਤੇ ਇੱਕ ਭਰਾ UP ਦੇ ਵਿੱਚ ਵਜ਼ਾਰਤ ਉਹਨੂੰ ਮਿਲਦੀ ਹੈ, ਵਜ਼ੀਰ ਬਣਦਾ, MLA ਬਣ ਕੇ। ਹੁਣ ਇਸ ਗੱਲ ਦਾ ਮੈਨੂੰ ਜਵਾਬ ਦੇ ਦਿਓ ਨਾ ਕਿ ਤੁਸੀਂ ਸੈਟ ਆਫ ਲਾਅ ਦੋ ਰੱਖੇ ਨੇ ਅਲੱਗ-ਅਲੱਗ ਕਮਿਊਨਿਟੀ ਲਈ। ਗੋਧਰਾ ਦੇ ਬੰਦੀ
ਛੁੱਟ ਸਕਦੇ ਨੇ, ਰਾਜੀਵ ਗਾਂਧੀ ਦੇ ਬੰਦੀ ਛੁੱਟ ਸਕਦੇ ਨੇ, ਡੇਰੇ ਨੂੰ ਤੁਸੀਂ 4-4 ਵਾਰੀ ਪੈਰੋਲ ਦੇ ਸਕਦੇ ਹੋ। ਸਾਡੇ ਬੰਦੀ ਸਿੰਘਾਂ ਨੇ ਕੀ ਕਸੂਰ ਕੀਤਾ? 2019 ਚ ਤੁਸੀਂ ਨੋਟੀਫਿਕੇਸ਼ਨ ਕੱਢਿਆ ਕਿ 8 ਬੰਦਿਆਂ ਦੇ ਵਾਸਤੇ, ਉਸ ਤੋਂ ਤੁਸੀਂ ਕਿਉਂ ਬੈਕ ਟਰੈਕ ਕਰਦੇ ਪਏ ਹੋ? ਮੈਂ ਇਹ ਸਮਝਦਾ ਕਿ ਸਰਕਾਰ ਨੂੰ ਵੀ ਇਹ ਸੋਚਣਾ ਪਏਗਾ ਕਿ ਇਹ ਪੰਜਾਬ ਹੈ, ਇਹ 2000 ਸਾਲ ਤੋਂ ਲੜਿਆ, ਇਹ ਅੱਜ ਵੀ ਲੜਦਾ ਪਿਆ। ਅਸੀਂ ਮੌਕਾ ਕਿਉਂ ਦਿੰਦੇ ਹਾਂ? ਪਿਆਰ ਨਾਲ ਜੱਫੀ ਪਾਓ ਨਾ। ਪੰਜਾਬ ਦੇਖੋ ਕੀ ਕਰਦਾ ਫਿਰ ਤੁਹਾਡੇ ਵਾਸਤੇ। ਜੀਕੇ ਸਾਹਿਬ, ਅਖੀਰ ਦੇ ਵਿੱਚ ਇੱਕ ਗੱਲ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਪੜ੍ਹਾਈ ਲਿਖਾਈ ਦੀ ਗੱਲ ਕਰਦੇ ਹਾਂ, ਉਚੇਰੀ ਸਿੱਖਿਆ ਦੀ ਗੱਲ ਕਰਦੇ ਹਾਂ, ਅੱਜ ਸਾਡੇ ਬਹੁਤੇ ਬੱਚੇ ਇੰਟੈਲੀਜੈਂਟ ਹੋਣ ਦੇ ਬਾਵਜੂਦ, ਸਮਝਦਾਰ ਹੋਣ ਦੇ ਬਾਵਜੂਦ, ਪਰ ਆਰਥਿਕ ਤੌਰ ਤੇ ਟੁੱਟਣ ਤੋਂ ਬਾਅਦ ਮਹਿਰੂਮ ਰਹਿ ਜਾਂਦੇ ਆ ਉਚੇਰੀ ਸਿੱਖਿਆ ਤੋਂ। ਸੋ ਉਹਨਾਂ ਵਾਸਤੇ ਜਦੋਂ ਸਾਡੀਆਂ ਆਪਣੀਆਂ ਐਡੀਆਂ ਸਿਰਮੌਰ ਸੰਸਥਾਵਾਂ ਹੋਣ, ਸਾਡੇ ਆਪਣੇ ਕੋਲ ਐਡਾ ਵੱਡਾ ਇਨਫਰਾਸਟ੍ਰਕਚਰ ਹੋਵੇ, ਸਾਡੇ ਬੱਚੇ ਫਿਰ ਵੀ ਵਾਂਝੇ ਰਹਿ ਜਾਣ, ਤੇ ਇਹ ਸਾਡੇ ਲਈ ਸ਼ਰਮ ਦੀ ਗੱਲ ਨਹੀਂ? 100 ਕਿ ਤੁਸੀਂ 1947 ਤੋਂ ਬਾਅਦ ਮਤਰਿਆ ਸ਼ੁਰੂ ਕੀਤਾ ਪੰਜਾਬ ਦਾ, ਤੁਸੀਂ ਕੋਈ ਮਦਰ ਇੰਡਸਟਰੀ ਪੰਜਾਬ ਨੂੰ ਦਿੱਤੀ ਨਹੀਂ। ਤੁਸੀਂ ਬਿਹਾਰ ਨੂੰ ਰਾਹੁਲ ਕੇਲਾ ਔਰ ਪਤਾ ਨਹੀਂ ਕਿਹੜੇ ਕਿਹੜੇ ਸਟੀਲ ਪਲਾਂਟ ਦੇਤੇ, ਔਰ ਕਿੱਥੇ ਕਿੱਥੇ ਕਿਹੜੀ ਕਿਹੜੀ ਇੰਡਸਟਰੀ ਦੇਤੀ। ਤੁਸੀਂ ਪੰਜਾਬ ਦੇ ਬਾਰਡਰ ਦੇ ਨਾਲ ਰਾਜਸਥਾਨ ਨੂੰ, ਹਿਮਾਚਲ ਨੂੰ ਵਧੀ ਕੇ ਤੁਸੀਂ ਬੈਕਵਰਡ ਏਰੀਆ ਡਿਕਲੇਅਰ ਕਰਕੇ ਉੱਥੇ ਇੰਡਸਟਰੀ ਭੇਜ ਰਹੇ ਹੋ। ਪੰਜਾਬ 'ਚ ਕਿਉਂ ਨਹੀਂ ਭੇਜਦੇ ਪਏ ਤੁਸੀਂ ਇੰਡਸਟਰੀ? ਬੈਕਵਰਡ ਏਰੀਆ ਕਿਉਂ ਨਹੀਂ, ਸਪੈਸ਼ਲ ਸਟੇਟਸ ਕਿਉਂ ਨਹੀਂ ਦੇ ਰਹੇ ਪੰਜਾਬ ਨੂੰ ਇੰਡਸਟਰੀ ਵਾਸਤੇ? ਮੈਂ ਸਮਝਦਾ ਕਿ ਸੈਂਟਰ ਨੇ ਸਿਸਟਮੈਟਿਕਲੀ ਸਾਨੂੰ ਮਾਰਿਆ। ਔਰ ਦੂਜੀ ਗੱਲ, ਸਿੱਖਾਂ ਨੇ ਆਪਣੇ ਏਜੰਡੇ ਤੇ ਐਜੂਕੇਸ਼ਨ ਬਹੁਤ ਲੇਟ ਲਈ ਹੈ, ਹਲੇ ਵੀ ਪੂਰੀ ਤਰ੍ਹਾਂ ਨਹੀਂ ਲਈ। ਇਹ ਯਹੂਦੀਆਂ ਨੇ ਲਈ ਸੀ ਜਦੋਂ 1945 ਦੇ ਵਿੱਚ ਦੂਸਰਾ ਮਹਾਯੁੱਧ, ਸੈਕੰਡ ਵਰਲਡ ਵਾਰ ਖਤਮ ਹੋਈ, 40 ਲੱਖ ਯਹੂਦੀ ਮਾਰਤੇ ਸੀਗੇ ਹਿਟਲਰ ਨੇ। ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਅਸੀਂ ਸਰਵਾਈਵ ਨਹੀਂ ਕਰ ਸਕਦੇ ਕਲਮ ਤੋਂ ਬਗੈਰ, ਬੰਦੂਕ ਦੀ ਬਜਾਏ ਕਲਮ। ਅੱਜ ਮੈਂ ਆਪਣੀ ਕੌਮ ਨੂੰ ਇਹ ਕਹਿਣਾ ਚਾਹੁੰਦਾ ਕਿ 1945 ਜਦੋਂ ਦੂਜਾ ਮਹਾਯੁੱਧ ਖਤਮ ਹੋਇਆ ਨਾ, ਅੱਜ ਤੱਕ ਦੇਖੋ ਕਿੰਨਿਆਂ ਨੂੰ ਨੋਬਲ ਪ੍ਰਾਈਜ਼ ਮਿਲੇ ਨੇ। ਟੋਟਲ ਨੋਬਲ ਪ੍ਰਾਈਜ਼ ਤੋਂ ਯਹੂਦੀ 70% ਨੋਬਲ ਪ੍ਰਾਈਜ਼ ਲੈ ਕੇ ਗਏ। ਅੱਜ ਸੋਨੇ ਦਾ ਭਾਅ ਯਹੂਦੀ ਕੱਢਦੇ ਆ। ਦੁਨੀਆ ਦੀ ਮਦਰ ਇੰਡਸਟਰੀ, ਵੱਡੀ ਇੰਡਸਟਰੀ ਉਹਨਾਂ ਦੇ ਕਬਜ਼ੇ 'ਚ ਹੈ। ਇਹ ਉਹਨਾਂ ਦੀ ਇਕਨੋਮਿਕ ਪਾਵਰ ਹੈ ਤੇ ਉਹਨਾਂ ਦੀ ਪੋਲੀਟੀਕਲ ਪਾਵਰ ਕੀ ਹੈ ਕਿ ਅਮਰੀਕਾ ਵਰਗੀ ਸਭ ਤੋਂ ਪਾਵਰਫੁਲ ਡੈਮੋਕ੍ਰੇਸੀ ਕੋਈ ਫੈਸਲਾ ਨਹੀਂ ਲੈ ਸਕਦੀ ਇਜ਼ਰਾਈਲੀਜ਼ ਦੇ, ਯਹੂਦੀ ਦੇ, ਜੂਸ ਦੀ ਜਿਹੜੀ ਲੌਬੀ ਹੈ ਉਸ ਤੋਂ ਕਲੀਅਰੈਂਸ ਨਾ ਲੈ ਲਵੇ। ਔਰ ਜੇ ਉਹਨਾਂ ਦੀ ਮਿਲਟਰੀ ਮਾਈਟ ਦੇਖਣੀ ਹੈ ਕਿ ਅੱਜ ਤੋਂ ਕਿੰਨੇ ਸਾਲ ਪਹਿਲੇ 1967 ਦੇ ਵਿੱਚ ਉਹਨਾਂ ਨੇ ਗਾਜ਼ਾ ਸਟ੍ਰਿਪ ਝੰਡਾ ਲਾ ਕੇ ਆਪਣਾ ਮੁਲਕ ਡਿਕਲੇਅਰ ਕਰ ਦਿੱਤਾ। ਅੱਜ 40 ਤੋਂ ਵੱਧ ਤੇਲ ਕੱਢਣ ਵਾਲੇ ਇਸਲਾਮਿਕ ਮੁਲਕ ਨੇ, ਉਹਦੀ ਅੱਖ ਹਲ ਨਹੀਂ ਦੇਖ ਸਕਦਾ। ਮੈਂ ਸਮਝਦਾ ਇਹ ਕਲਮ ਦੀ ਤਾਕਤ ਹੈ, ਸਾਡੀ ਕੌਮ ਨੂੰ ਸਮਝਣੀ ਪਏਗੀ। ਜੇ ਨਹੀਂ ਅਡਾਪਟ ਕਰਾਂਗੇ ਅਸੀਂ ਇੱਦਾਂ ਹੀ ਧੱਕੇ ਖਾਂਦੇ ਰਵਾਂਗੇ, ਇੱਦਾਂ ਹੀ ਅਸੀਂ ਦੂਜਿਆਂ ਦੀ ਸਾਜ਼ਿਸ਼ਾਂ ਦੇ ਵਿੱਚ ਮਰਦੇ ਰਵਾਂਗੇ, ਅਸੀਂ ਸਿਰ ਦੇਣ ਦੀਆਂ ਗੱਲਾਂ ਕਰਦੇ ਰਵਾਂਗੇ। ਅਸੀਂ ਕੇਬਲ ਤੇ ਜਾ ਕੇ ਅਸੀਂ ਮੱਲਾਂ ਮਾਰਨ ਦੀ, ਅਸੀਂ ਸਰਕਾਰਾਂ ਨੂੰ ਝੁਕਾਉਣ ਵਾਸਤੇ ਮੇਰਾ ਖਿਆਲ ਹੈ ਕਿ ਸਾਨੂੰ ਨੈਗੋਸ਼ੀਏਸ਼ਨ ਤੇ ਆਉਣਾ ਪਏ। ਬਿਲਕੁਲ ਜੀਕੇ ਸਾਹਿਬ, ਤੁਸੀਂ ਸਮਾਂ ਕੱਢਿਆ, ਗੱਲਬਾਤ ਕੀਤੀ ਔਰ ਸੋਹਣੇ ਵਿਚਾਰ ਰੱਖੇ, ਇਸ ਲਈ ਮੈਂ ਤੁਹਾਡਾ ਧੰਨਵਾਦੀ ਹਾਂ, ਰਹਿਣੀ ਹਾਂ। ਮੈਂ ਮਸ਼ਕੂਰ ਹਾਂ ਕਿ ਤੁਸੀਂ ਇਹ ਗੱਲਬਾਤ ਲੋਕਾਂ ਤੱਕ ਆਪਣੀ ਪਹੁੰਚਾਈ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਮਨਜੀਤ ਸਿੰਘ ਜੀਕੇ, ਮੁਖੀ ਰਹਿ ਚੁੱਕੇ ਹੈ DSGMC ਦੇ, ਔਰ ਸੰਘਰਸ਼ ਦੇ ਵਿੱਚ ਲੰਮਾ ਸਮਾਂ ਇਹਨਾਂ ਨੇ ਆਪਣਾ ਯੋਗਦਾਨ ਪਾਇਆ, ਪਰ ਉਸ ਤੋਂ ਬਾਅਦ ਪਾਇਆ ਕੀ, ਗਵਾਇਆ ਕੀ, ਉਹਦਾ ਹਾਸਲ ਕੀ ਹੈ, ਤੇ ਅੱਜ ਸਾਨੂੰ ਲੋੜ ਕੀ ਹੈ। ਅੱਜ ਲੋੜ ਉਹਨਾਂ ਦੱਸੀ ਹੈ ਕਿ ਸਿਰ ਜੋੜਨ ਦੀ ਲੋੜ ਹੈ। ਉਸ ਤੋਂ ਬਾਅਦ ਸਾਨੂੰ ਉਹ ਆਪਣੇ ਮਸਲਿਆਂ ਨੂੰ ਕਿਵੇਂ ਹੱਲ ਕਰਵਾਉਣਾ ਹੈ, ਟੇਬਲ ਦੇ ਉੱਤੇ ਮਜ਼ਬੂਤੀ ਦੇ ਨਾਲ ਜਿਹੜੀ ਆਪਣੇ ਪੱਖ ਰੱਖਣ ਦੀ ਲੋੜ ਹੈ, ਬਜਾਏ ਕਿ ਇਹ ਕਿ ਅਸੀਂ ਐਵੇਂ ਹਵਾ 'ਚ ਡਾਂਗਾ ਮਾਰੀ ਜਾਈਏ ਕਿ ਕੁਰਬਾਨੀ ਦੇਣ ਦੀ ਲੋੜ ਹੈ, ਸਿਰ ਦੇਣ ਦੀ ਲੋੜ ਹੈ। ਅੱਜ ਸਿਰ ਦੇਣ ਦੀ ਨਹੀਂ, ਅੱਜ ਸਿਰ ਵਰਤਣ ਦੀ ਲੋੜ ਹੈ। ਤੁਸੀਂ ਵੇਖਦੇ ਰਹੋ ਰੋਜ਼ਾਨਾ ਸਪੋਕਸ।